ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਵੀ ਸਰਕਾਰ ਦੇ ਵਿੱਚ ਆਪਣੀ ਹੀ ਪਾਰਟੀ ਦੇ ਵਿੱਚ ਨਹੀਂ ਸੁਣੀ ਜਾ ਰਹੀ। कोई सुनता है तो भी ठीक है, कोई नहीं सुनता है तो भी ठीक है, कोई अमल करता है तो भी ठीक है। मेरा काम है बोलना, हाउस के सामने सच्चाई लेके आना, मैं सच्चाई ले अंदर हाँ। ਗੱਲ ਵੀ ਤੁਸੀਂ ਬੋਲ ਰਹੇ ਸੀ ਵਿੱਚ ਹੀ ਤੁਹਾਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਕੀ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਨਜ਼ਰ ਆਉਂਦੀ ਕਿ ਇਸ ਦੇ ਉੱਤੇ ਇਨਸਾਫ ਹੋਣਾ ਚਾਹੁੰਦੇ ਨੇ? वो स्पीकर साहब की मर्जी है। आज भी मैं बार बार तुम देखे होगे, मैं हथ भी खड़ा किया, मैं खुद भी खड़ के कहा कि 1 मिनट दे दो। ਸੈਟੀਸਫੈਕਸ਼ਨ ਪੁਰਾਣੀ ਐਸਆਈਟੀ ਦੇ ਉੱਤੇ ਜਤਾਈ ਕਿ ਉਹਨਾਂ ਨੇ ਸੁਖਬੀਰ ਬਾਦਲ ਤੋਂ ਸਵਾਲ ਹੀ ਨਹੀਂ ਪੁੱਛੇ, ਚਾਹ ਪਕੌੜੇ ਖਵਾ ਕੇ ਭੇਜ ਦਿੱਤਾ। ਮੌਜੂਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੁਣ ਵੀ ਪੇਸ਼ੀਆਂ ਹੋ ਰਹੀਆਂ 2 ਵਾਰ ਹੋ ਗਈਆਂ, ਚਾਹ ਪਕੌੜੇ ਹੀ ਹੋਏ ਨੇ ਉੱਥੇ? मैं पहला भी कहा सी कि पंजाब पुलिस राजनीति का शिकार हो चुकी है। ना उन्होंने मुल्क के कॉन्स्टिट्यूशन के बारे पता है, ना पंजाब पुलिस रूल के बारे पता है, ना CRPC IPC के बारे पता है। ਹੁਣ ਮੌਜੂਦਾ ਦੌਰ ਦੇ ਵਿੱਚ ਵੀ ਪੁਲਿਸ ਰਾਜਨੀਤੀ ਦਾ ਸ਼ਿਕਾਰ ਹੈ। ਤੁਹਾਡੀ ਸਰਕਾਰ ਦੇ ਵਿੱਚ ਵੀ ਕੀ ਪੁਲਿਸ ਦਾ ਪੋਲਿਟਿਸਾਈਜੇਸ਼ਨ ਹੋ ਰਿਹਾ? ਮੈਨੂੰ ਰਾਜਨੀਤੀ ਆਉਂਦੀ ਨਹੀਂ, ਲੇਕਿਨ ਰਾਜਨੀਤੀ ਦਾ ਸਭ ਤੋਂ ਵੱਡਾ ਸ਼ਿਕਾਰ ਮੈਂ ਰਿਹਾ ਹਾਂ। ਆਪਣੀ ਸਰਕਾਰ 'ਚ ਵੀ ਤੁਸੀਂ ਰਾਜਨੀਤੀ ਦਾ ਵਿਕਟਿਮ ਹੋ? ਪੈਸੈਂਸ ਰੱਖਣਾ ਚਾਹੀਦਾ ਹੈ, ਪੈਸੈਂਸ। ਮਾਫਰਾ ਕੇ ਜਵਾਬ ਦੇ ਰਹੇ ਹੋ ਕਿਉਂਕਿ ਲੋਕ ਇਹੀ ਜਾਣਨਾ ਚਾਹੁੰਦੇ ਕਿ ਕੁੰਵਰ ਵਿਜੇ ਪ੍ਰਤਾਪ ਰਾਜਨੀਤੀ ਦਾ ਵਿਕਟਿਮ ਹੋਏ ਨੇ, ਕਿ ਤੁਸੀਂ ਘੁਟਨ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਚੁੱਪ ਕਰਾਇਆ ਜਾ ਰਿਹਾ, ਦਬਾਇਆ? ਮੇਰੇ ਕੋਲ 5 ਸਾਲ ਹੈ ਜੀ, ਮੈਂ 5 ਸਾਲ ਤੱਕ ਕੋਸ਼ਿਸ਼ ਕਰਦਾ ਰਹਾ। ਫਿਰ ਦਬਾ ਦਿੱਤਾ ਗਿਆ, ਨਾ ਬੋਲਣ ਦਿੱਤਾ ਗਿਆ। ਫਿਰ ਕਦ ਤੱਕ ਲੋਕੀ ਕਹਿੰਦੇ ਅਸੀਂ ਵੇਟ ਕਰਦੇ ਰਵਾਂਗੇ, ਕਦ ਤੱਕ ਕੁੰਵਰ ਜੀ ਚੁੱਪ ਰਹਿਣਗੇ? ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ। ਤੁਹਾਡੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਸੀ ਜਿਹੜੀ ਤੁਸੀਂ ਬੇਦਬੀ ਦਾ ਮੁੱਦਾ ਖਾਰਜ ਕਰਨਾ ਚਾਹੁੰਦੇ ਸੀਗੇ, ਰਿਪੋਰਟ ਖਾਰਜ ਕਰਵਾਉਣਾ ਚਾਹੁੰਦੇ ਸੀ। ਕਹਿੰਦੇ ਕਿਉਂ ਨਹੀਂ ਹੁਣ ਕੈਪਟਨ ਦੇ ਉੱਤੇ ਕਾਰਵਾਈ ਕਰਦੇ, ਕਿਉਂ ਨਹੀਂ ਉਹ ਈਮੇਲ ਜਨਤਕ ਕਰਦੇ ਜਿਨ੍ਹਾਂ ਨੇ ਈਮੇਲ ਭੇਜੀ ਉਸ ਦੇ ਉੱਤੇ FIR? ਉਹ ਈਮੇਲ ਤਾਂ ਰੰਧਾਵਾ ਸਾਹਿਬ ਦੇ ਕੋਲ ਹੈ, ਉਹਨਾਂ ਦੇ ਮਹਕਮੇ ਦੇ ਕੋਲ ਆਇਆ ਹੈ, ਉਹਨਾਂ ਦੇ DGP ਦੇ ਕੋਲ ਆਇਆ ਹੈ, ਉਹ ਗ੍ਰਹਿ ਮੰਤਰੀ ਰਹਿ ਚੁੱਕੇ ਨੇ। ਉਹ ਮੇਰੇ ਕੋਲੋਂ ਕਿਉਂ ਮੰਗ ਰਹੇ ਨੇ? ਜਨਤਕ ਕਰੋ, ਕਹਿੰਦੇ ਦਿਖਾਓ। ਜਨਤਕ ਕਰਨਾ ਉਹਨਾਂ ਦਾ ਕੰਮ ਸੀ ਨਾ। ਈਮੇਲ ਦਾ ਕੰਟੈਂਟ ਕੀ ਸੀ, ਕੀ ਲਿਖਿਆ? ਸੁਣੋ, ਕੰਟੈਂਟ ਵੀ ਉਹ ਦੱਸਣ। ਬੇਦਬੀ ਦਾ ਇਨਸਾਫ ਦੀ ਉਡੀਕ ਕਰਦਿਆਂ ਹੋਇਆਂ ਸਿੱਖ ਸੰਗਤ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ 7 ਸਾਲ ਪੂਰੇ ਹੋ ਜਾਣਗੇ, ਪਰ ਅਜੇ ਵੀ ਬੇਦਬੀ ਦਾ ਇਨਸਾਫ ਪ੍ਰਾਪਤ ਨਹੀਂ ਹੋਏਗਾ। ਸਾਡੇ ਨਾਲ ਕੁੰਵਰ ਵਿਜੇ ਪ੍ਰਤਾਪ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕਿਉਂਕਿ ਕੱਲ ਜਦੋਂ ਸਦਨ ਦੇ ਵਿੱਚ ਬੋਲ ਰਹੇ ਸੀ ਤਾਂ ਸਿੱਧੇ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ। ਕਿਵੇਂ ਇਸ ਪੂਰੇ ਮਾਮਲੇ ਨੂੰ ਦੇਖਦੇ ਨੇ ਔਰ ਕਿੱਥੇ ਤੱਕ ਹੁਣ ਕਾਰਵਾਈ ਨੂੰ ਦੇਖਦੇ ਨੇ, ਉਸ ਦੇ ਉੱਤੇ ਜਾਣਕਾਰੀ ਲੈਂਦੇ ਹਾਂ। ਕੁੰਵਰ ਜੀ, ਤੁਸੀਂ ਵੀ ਜ਼ਿਕਰ ਕੀਤਾ ਕਿ 7 ਸਾਲ ਹੋ ਜਾਣੇ ਅਕਤੂਬਰ ਦੇ ਵਿੱਚ, ਪਰ ਇਨਸਾਫ ਅਜੇ ਵੀ ਨਹੀਂ ਮਿਲਿਆ। ਦੇਖੋ, ਇਨਸਾਫ ਜੇਕਰ ਸਰਕਾਰ ਨਹੀਂ ਦਿੰਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ 5 ਸਾਲ ਰਹੀ ਹੈ। ਉਸ ਤੋਂ ਪਹਿਲਾਂ 2015 ਦੇ ਵਿੱਚ ਉਦੋਂ ਅਕਾਲੀ ਦਲ BJP ਦੀ ਸਰਕਾਰ ਸੀਗੀ, ਜਦੋਂ ਇਹ ਇਨਸੀਡੈਂਟ ਹੋਏ ਸੀ, ਉਹਨਾਂ ਨੇ ਇਨਸਾਫ ਦਿੱਤਾ ਨਹੀਂ। ਅਸੀਂ ਦੇਖੋ ਵਾਅਦੇ ਕਰਕੇ ਆਏ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 7 ਸਾਲ ਹੋ ਗਏ, ਲੇਕਿਨ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਇਨਸਾਫ ਯਕੀਨੀ ਬਣਾਇਆ ਜਾਵੇ ਜੀ। ਕਿਉਂ? ਕਿਉਂਕਿ ਜੇਕਰ ਪਬਲਿਕ ਨੂੰ ਇਨਸਾਫ ਨਹੀਂ ਮਿਲਦਾ ਤਾਂ ਪਬਲਿਕ ਆਪਣੇ ਹਿਸਾਬ ਦੇ ਨਾਲ ਇਨਸਾਫ ਕਰ ਦਿੰਦੀ ਹੈ। ਪ੍ਰਜਾਤੰਤਰ ਦੇ ਵਿੱਚ ਮਾਲਿਕ ਪਬਲਿਕ ਹੁੰਦੀ ਹੈ, ਤੇ ਇਨਸਾਫ ਨਹੀਂ ਦੋਗੇ ਤਾਂ ਉਹ ਇਨਸਾਫ ਕਰ ਦੇਣਗੇ ਜੀ। ਇਸ ਕਰਕੇ ਮੈਂ ਆਪਣੀ ਸਰਕਾਰ ਨੂੰ ਵੀ, ਆਪਣੇ ਲੋਕਾਂ ਨੂੰ ਵੀ ਬਾਰ-ਬਾਰ ਇਹੀ ਬੇਨਤੀ ਕਰਦਾ ਹਾਂ ਔਰ ਲਿਖਤੀ ਤੌਰ ਤੇ ਵੀ ਦਿੰਦਾ ਹਾਂ, ਹਾਊਸ ਦੇ ਵਿੱਚ ਵੀ ਬੋਲਦਾ ਹਾਂ, ਇਨਫਾਰਮਲ ਸਟੇਜ ਤੇ ਵੀ ਬੋਲਦਾ ਹਾਂ ਕਿ ਦੇਖੋ ਛੇਤੀ ਤੋਂ ਛੇਤੀ ਇਹ ਇਨਸਾਫ ਦਿਲਵਾਣਾ ਬਹੁਤ ਜ਼ਰੂਰੀ ਹੈ। ਲੋਕਾਂ 'ਚ ਕੁੰਵਰ ਜੀ ਹੁਣ ਇਹ ਪਰਸੈਪਸ਼ਨ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਵੀ ਸਰਕਾਰ ਦੇ ਵਿੱਚ ਆਪਣੀ ਹੀ ਪਾਰਟੀ ਦੇ ਵਿੱਚ ਨਹੀਂ ਸੁਣੀ ਜਾ ਰਹੀ। ਮੈਂ ਦੇਖੋ, ਜਿਸ ਦਿਨ ਮੈਂ ਫਸਟ ਟਾਈਮ ਇਸੇ ओथ लिया ਸੀ, ਮੈਂ ਉਦੋਂ ਹੀ ਕਿਹਾ ਸੀ ਕਿ ਮੈਂ ਆਪਣੀ ਗੱਲ ਨਹੀਂ ਰੱਖਣੀ ਹੈ ਜੀ। ਮੈਂ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਰੱਖਣੀ ਹੈ। ਇਸ ਸਦਨ ਦੇ ਵਿੱਚ, ਹਾਊਸ ਦੇ ਵਿੱਚ ਰੱਖਣੀ ਹੀ ਹੈ ਲੋਕਾਂ ਦੀ ਗੱਲ, ਪਬਲਿਕ ਇੰਟਰਸਟ ਦੀ ਗੱਲ ਰੱਖਣੀ ਹੈ, ਪੰਜਾਬ ਦੀ ਗੱਲ ਰੱਖਣੀ ਹੈ। ਤਾਂ ਮੈਂ ਪੰਜਾਬ ਦੀ ਗੱਲ ਰੱਖਦਾ ਹਾਂ ਜੀ। ਮੈਨੂੰ ਮਤਲਬ ਇਸ ਤੋਂ ਇਲਾਵਾ ਹੋਰ ਕਿਸੇ ਮੁੱਦੇ ਤੇ ਨਹੀਂ ਰੱਖਣਾ ਹੈ। सिर्फ पंजाब की गल रखनी है। कोई सुनता है तो भी ठीक है, कोई नहीं सुनता है तो भी ठीक है, कोई अमल करता है तो भी ठीक है। मेरा काम है बोलना, हाउस के सामने सच्चाई लेके आना, मैं सच्चाई ले अंदर रहांगा। ਜਿਹੜੀ ਸੱਚਾਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹੋ, ਇਸ ਤੋਂ ਪਹਿਲਾਂ ਵੀ ਤੁਸੀਂ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਲਿਖ ਕੇ ਕਿਹਾ ਸੀ ਕਿ ਇਸ ਦੇ ਚਰਚਾ ਹੋਣੀ ਚਾਹੀਦੀ ਹੈ, ਚਰਚਾ ਨਹੀਂ ਹੋਈ। ਕੱਲ ਵੀ ਤੁਸੀਂ ਬੋਲ ਰਹੇ ਸੀ, ਵਿੱਚ ਹੀ ਤੁਹਾਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਕੀ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਨਜ਼ਰ ਆਉਂਦੀ ਕਿ ਇਸ ਦੇ ਉੱਤੇ ਇਨਸਾਫ ਦਿਵਾਉਣਾ ਚਾਹੁੰਦੇ ਨੇ? देखो, मैं आज भी बोलना चाहता सी, क्योंकि कल भी जो मैनू मौका मिले वो 0 आवर ਦੇ ਵਿੱਚ 0 आवर ਦੇ ਵਿੱਚ ਬਰਗਾੜੀ ਤੇ ਬਹਿਸ ਹੋ ਨਹੀਂ ਸਕਦੀ ਹੈ ਜੀ। ਇਹਦੇ ਵਾਸਤੇ ਵੱਖਰਾ ਟਾਈਮ ਦੀ, ਮਤਲਬ ਵੱਖਰੇ ਟਾਈਮ ਦੀ ਲੋੜ ਹੈ
ਔਰ ਮੈਂ ਲਿਖਤੀ ਤੌਰ ਤੇ 27 ਤਾਰੀਖ ਨੂੰ ਹੀ ਮਾਨਯੋਗ ਸਪੀਕਰ ਸਾਹਿਬ ਨੂੰ ਦੇ ਦਿੱਤਾ ਸੀ ਕਿ ਮੈਨੂੰ ਬੋਲਣ ਵਾਸਤੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਮਾਂ ਦਿੱਤਾ ਜਾਵੇ ਔਰ ਮੁੱਦਾ ਵੀ ਮੈਂ ਰੱਖ ਦਿੱਤਾ ਸੀ ਕਿ ਇਹ ਮੁੱਦਾ ਹੈ। ਚਲੋ ਕੱਲ 0 ਆਵਰ ਦੇ ਵਿੱਚ ਕਾਫੀ ਸ਼ੋਰ ਸ਼ਰਾਬਾ ਹੋਇਆ, ਇਸ ਕਰਕੇ ਚੰਗੀ ਤਰ੍ਹਾਂ ਗੱਲ ਨਹੀਂ ਰੱਖੀ ਗਈ। ਅੱਜ ਵੀ ਮੈਂ ਚਾਹੁੰਦਾ ਸੀ ਕਿਉਂਕਿ 0 ਆਵਰ ਦੇ ਵਿੱਚ ਟਾਈਮ ਦੇਣਾ ਨਹੀਂ ਦੇਣਾ ਉਹ ਸਪੀਕਰ ਸਾਹਿਬ ਦੀ ਮਰਜ਼ੀ ਹੈ। ਅੱਜ ਵੀ ਮੈਂ ਬਾਰ-ਬਾਰ ਤੁਸੀਂ ਦੇਖਿਆ ਹੋਗੇ ਮੈਂ ਹੱਥ ਵੀ ਖੜਾ ਕੀਤਾ, ਮੈਂ ਖੁਦ ਵੀ ਖੜ ਕੇ ਕਿਹਾ ਕਿ 1 ਮਿੰਟ ਦੇ ਦਿਓ, ਲੇਕਿਨ ਦੇਖੋ ਉਹ ਉਹਨਾਂ ਦੀ ਮਰਜ਼ੀ ਹੈ ਜਾਂ ਉਸ ਤੋਂ ਜ਼ਿਆਦਾ ਇੰਪੋਰਟੈਂਟ ਕਿਸੇ ਗੱਲ ਦੇ ਉੱਤੇ ਚਰਚਾ ਹੋਣੀ ਹੈ, ਇਸ ਕਰਕੇ ਚਲੋ ਸਮਾਂ ਨਹੀਂ ਮਿਲਦਾ ਹੈ। ਲੇਕਿਨ ਮੇਰਾ ਕੰਮ ਹੈ ਭਾਵੇਂ 5 ਸਾਲ ਲੱਗ ਜਾਵੇ ਜੀ, ਹਰ ਮੁੱਦੇ ਦੇ ਉੱਤੇ ਬਰਗਾੜੀ ਦਾ ਮੁੱਦਾ ਹੈ, ਡਰੱਗਸ ਦਾ ਮੁੱਦਾ ਹੈ ਜਾਂ ਹੋਰ ਵੀ ਬਹੁਤ, ਅੰਮ੍ਰਿਤਸਰ ਸਰਕਟ ਹਾਊਸ ਦਾ ਮੁੱਦਾ ਹੈ, ਬਹੁਤ ਸਾਰੇ ਮੇਰੇ ਅੰਮ੍ਰਿਤਸਰ ਸ਼ਹਿਰ ਦੇ ਮੁੱਦੇ ਨੇ। ਮੈਂ ਤਾਂ ਜੀ ਬੋਲਣਾ ਹੈ ਜੀ ਔਰ ਬੋਲਦੇ ਰਹਿਣਾ ਹੈ। ਡਿਸਸੈਟੀਸਫੈਕਸ਼ਨ ਪੁਰਾਣੀ ਐਸਆਈਟੀ ਦੇ ਉੱਤੇ ਜਤਾਈ ਕਿ ਉਹਨਾਂ ਨੇ ਸੁਖਬੀਰ ਬਾਦਲ ਤੋਂ ਸਵਾਲ ਹੀ ਨਹੀਂ ਪੁੱਛੇ, ਚਾਹ ਪਕੌੜੇ ਖਵਾ ਕੇ ਭੇਜ ਦਿੱਤਾ। ਮੌਜੂਦਾ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਹੁਣ ਵੀ ਪੇਸ਼ੀਆਂ ਹੋ ਰਹੀਆਂ 2 ਵਾਰ ਹੋ ਗਈਆਂ, ਚਾਹ ਪਕੌੜੇ ਹੀ ਹੋਏ ਨੇ ਉੱਥੇ ਵੀ? ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਪੁਲਿਸ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀ ਹੈ ਜੀ। ਇਹ ਵੀ ਕਿਹਾ ਸੀ ਕਿ ਦੇਖੋ ਸਿਪਾਹੀ, ਹੌਲਦਾਰ, ਥਾਣੇਦਾਰ, ਇੰਸਪੈਕਟਰ, ਡੀਐਸਪੀ ਤੱਕ ਤੁਸੀਂ ਕਹਿ ਸਕਦੇ ਹੋ ਕਿ ਵਧੀਆ ਮਤਲਬ ਕੰਮ ਕਰਦੇ ਨੇ ਔਰ ਜਿਸ ਤਰੀਕੇ ਦਾ ਉਹਨਾਂ ਨੂੰ ਮਾਹੌਲ ਦਿੱਤਾ ਜਾਂਦਾ ਹੈ ਉਸ ਮਾਹੌਲ ਦੇ ਵਿੱਚ ਵਧੀਆ ਕੰਮ ਕਰ ਲੈਂਦੇ ਨੇ। ਲੇਕਿਨ ਐਸਐਸਪੀ ਤੋਂ ਉੱਪਰ ਸਿਰਫ ਰਾਜਨੀਤੀ ਚੱਲਦੀ ਹੈ ਔਰ ਇਹ ਪੁਲਿਸ ਗੁੰਮਰਾਹ ਹੋ ਗਈ ਹੈ, ਰਾਜਨੀਤੀ ਦਾ ਸ਼ਿਕਾਰ ਹੋ ਗਈ ਹੈ। ਨਾ ਉਹਨਾਂ ਨੂੰ ਮੁਲਕ ਦੇ ਕਨਸਟੀਟਿਊਸ਼ਨ ਦੇ ਬਾਰੇ ਪਤਾ ਹੈ, ਨਾ ਪੰਜਾਬ ਪੁਲਿਸ ਰੂਲ ਦੇ ਬਾਰੇ ਪਤਾ ਹੈ, ਨਾ ਸੀਆਰਪੀਸੀ ਆਈਪੀਸੀ ਦੇ ਬਾਰੇ ਪਤਾ ਹੈ। ਤਾਂ ਪਿਛਲੇ 20 ਸਾਲਾਂ ਦੇ ਦੌਰਾਨ ਜੋ ਸ਼ਾਸਨ ਪੁਲਿਸ ਨੂੰ ਦੇਖਣ ਨੂੰ ਮਿਲਿਆ ਔਰ ਸ਼ਾਸਨ ਨੇ ਆਪਣਾ ਸ਼ਿਕਾਰ ਬਣਾਇਆ, ਰਾਜਨੀਤੀ ਨੇ ਆਪਣਾ ਸ਼ਿਕਾਰ ਬਣਾਇਆ, ਇਸ ਕਰਕੇ ਹੁਣ ਦੇਖੋ ਕੋਈ ਅਫਸਰ ਰਹਿ ਨਹੀਂ ਗਿਆ ਜੋ ਕੋਈ ਸੈਂਸਿਟਿਵ ਕੇਸ ਹੱਲ ਕਰ ਸਕੇ। ਕੀ ਹੁਣ ਮੌਜੂਦਾ ਦੌਰ ਦੇ ਵਿੱਚ ਵੀ ਪੁਲਿਸ ਰਾਜਨੀਤੀ ਦਾ ਸ਼ਿਕਾਰ ਹੈ? ਤੁਹਾਡੀ ਸਰਕਾਰ ਦੇ ਵਿੱਚ ਵੀ ਕੀ ਪੁਲਿਸ ਦਾ ਪੋਲਿਟਿਸਾਈਜੇਸ਼ਨ ਹੋ ਰਿਹਾ ਹੈ? ਦੇਖੋ ਪੁਲਿਸ ਦਾ ਜਿਹੜਾ ਕੰਮ ਹੈ ਨਾ ਜੀ, ਉਹ ਪੁਰਾਣਾ ਹੀ ਟੱਰਾ ਚੱਲਦਾ ਆ ਰਿਹਾ ਹੈ, ਪੁਰਾਣੇ ਪੈਟਰਨ ਤੇ ਹੀ ਪੁਲਿਸ ਕੰਮ। ਅਜੇ ਵੀ ਰਾਜਨੀਤੀ ਦਾ ਸ਼ਿਕਾਰ ਹੈ ਪੁਲਿਸ? ਰਾਜਨੀਤੀ ਦਾ ਸ਼ਿਕਾਰ ਨਹੀਂ ਹੈ, ਲੋੜ ਹੈ ਉਸ ਚੀਜ਼ ਨੂੰ ਬਦਲਣ ਦੀ, ਬਦਲਾਵ ਲਿਆਉਣ ਦੀ। ਬਦਲਾਵ ਆਊਗਾ, ਅਸੀਂ ਬਦਲਾਵ ਦੀ ਹੀ ਰਾਜਨੀਤੀ ਕੀਤੀ ਹੈ ਨਾ ਕਿ ਬਦਲਾਵ ਲੈ ਕੇ ਆਉਣਾ ਹੈ, ਬਦਲਾਵ ਆਊਗਾ। ਕਿਉਂਕਿ ਪੁਲਿਸ ਨੂੰ ਮੰਨ ਲਓ ਜੇਕਰ ਉਹ ਪੁਰਾਣੇ ਮਤਲਬ ਪੈਟਰਨ ਤੇ ਕੰਮ ਕਰਦੀ ਹੈ ਤਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਆਉਣੀ ਸਿੱਧੇ ਤੁਹਾਡੇ ਉੱਤੇ ਇਲਜ਼ਾਮ ਲਾ ਕੇ ਗਏ ਨੇ, ਕਹਿੰਦੇ ਕਿ ਤੁਹਾਡੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਸੀ ਜਿਹੜੀ ਤੁਸੀਂ ਬੇਦਬੀ ਦਾ ਮੁੱਦਾ ਖਾਰਜ ਕਰਨਾ ਚਾਹੁੰਦੇ ਸੀਗੇ, ਰਿਪੋਰਟ ਖਾਰਜ ਕਰਵਾਉਣਾ ਚਾਹੁੰਦੇ ਸੀ। ਕਹਿੰਦੇ ਕਿਉਂ ਨਹੀਂ ਹੁਣ ਕੈਪਟਨ ਦੇ ਉੱਤੇ ਕਾਰਵਾਈ ਕਰਦੇ, ਕਿਉਂ ਨਹੀਂ ਉਹ ਈਮੇਲ ਜਨਤਕ ਕਰਦੇ, ਜਿਨ੍ਹਾਂ ਨੇ ਈਮੇਲ ਭੇਜੀ ਉਸ ਦੇ ਉੱਤੇ ਐਫਆਈਆਰ ਕਰਦੇ? ਕੌਣ ਕਰ ਰਹੇ ਨੇ? ਰੰਧਾਵਾ ਸਾਹਿਬ ਤੁਹਾਡੇ ਪਿਛਲੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਰਹੇ ਨੇ। ਦੇਖੋ ਉਹ ਵੀ ਗ੍ਰਹਿ ਮੰਤਰੀ ਰਹਿ ਚੁੱਕੇ ਨੇ, ਉਹਨਾਂ ਨੇ ਉਸ ਪਰਿਵਾਰ ਨੂੰ ਬਚਾਉਣ ਵਾਸਤੇ ਉਹ ਸਭ ਕੁਝ ਕੀਤਾ ਜੀ, ਸਭ ਕੁਝ ਕੀਤਾ ਔਰ ਉਸ ਪਰਿਵਾਰ ਨੂੰ ਬਚਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ। ਮੈਂ ਜਦੋਂ 14 ਅਕਤੂਬਰ ਨੂੰ ਪਿਛਲੇ ਸਾਲ ਗਿਆ ਸੀ ਬਹਬਲ ਕਲਾਂ, ਉਸ ਦਿਨ ਜਦੋਂ ਮੈਂ ਉੱਥੋਂ ਬੋਲਿਆ ਮੇਰੀ ਸਿਕਿਉਰਿਟੀ ਵੀ ਰੰਧਾਵਾ ਸਾਹਿਬ ਨੇ ਵਾਪਿਸ ਕਰ ਲਈ ਔਰ ਅੱਜ ਵੀ ਮੈਂ ਸਰਕਾਰ ਨੂੰ ਕੋਈ ਮੰਗ ਨਹੀਂ ਕੀਤੀ, ਬੇਨਤੀ ਨਹੀਂ ਕੀਤੀ ਕਿ ਮੇਰੀ ਸਿਕਿਉਰਿਟੀ ਵਾਪਿਸ ਕਰੋ। ਲੇਕਿਨ 14 ਅਕਤੂਬਰ 2021 ਨੂੰ ਉਹਨਾਂ ਨੇ ਸਿਕਿਉਰਿਟੀ ਵਾਪਿਸ ਲਈ। ਕਿਉਂ? ਉੱਥੇ ਵੀ ਮੈਂ ਸੱਚਾਈ ਰੱਖੀ ਕਿ ਹੁਣ ਤਾਂ ਤੁਸੀਂ ਬਣ ਚੁੱਕੇ ਹੋ ਗ੍ਰਹਿ ਮੰਤਰੀ, ਤੁਸੀਂ ਬੋਲਦੇ ਸੀ ਕਿ 1 ਦਿਨ ਵਾਸਤੇ ਮੈਨੂੰ ਗ੍ਰਹਿ ਮੰਤਰੀ ਬਣਾ ਦਿਓ, ਮੈਂ ਬਰਗਾੜੀ ਦਾ ਮਸਲਾ ਸੁਲਝਾ ਦੇਵਾਂਗਾ। ਲੇਕਿਨ ਬਰਗਾੜੀ ਦਾ ਮਸਲਾ ਇਹਨਾਂ ਨੇ ਪੋਲਿਟਿਸਾਈਜ਼ ਕੀਤਾ। ਮੈਂ ਜਦੋਂ ਨੌਕਰੀ ਛੱਡੀ ਸੀ ਉਦੋਂ ਵੀ ਕਿਹਾ ਸੀ ਕਿ ਕੋਈ ਵੀ ਪੋਲਿਟਿਸਾਈਜ਼ ਨਾ ਕਰੇ। ਕੱਲ ਜੋ ਮੈਂ ਗੱਲ ਰੱਖਿਆ ਸੀ ਸੱਚਾਈ ਰੱਖੀ ਸੀ ਜੀ। ਹਰ ਚੀਜ਼ ਈਮੇਲ ਹੈ, ਈਮੇਲ ਤਾਂ ਉਹਨਾਂ ਦੇ ਕੋਲ ਹੈ। ਤੁਸੀਂ ਟੇਬਲ ਕਰ ਚੁੱਕੇ ਹੋ, ਈਮੇਲ ਟੇਬਲ ਕਰ ਚੁੱਕੇ? ਮੇਰੀ ਗੱਲ ਸੁਣੋ, ਉਹ ਈਮੇਲ ਤਾਂ ਰੰਧਾਵਾ ਸਾਹਿਬ ਦੇ ਕੋਲ ਹੈ, ਉਹਨਾਂ ਦੇ ਮਹਕਮੇ ਦੇ ਕੋਲ ਆਇਆ ਹੈ, ਉਹਨਾਂ ਦੇ ਡੀਜੀਪੀ ਦੇ ਕੋਲ ਆਇਆ ਹੈ, ਉਹ ਗ੍ਰਹਿ ਮੰਤਰੀ ਰਹਿ ਚੁੱਕੇ ਨੇ। ਉਹ ਮੇਰੇ ਕੋਲੋਂ ਕਿਉਂ ਮੰਗ ਰਹੇ ਨੇ ਜੀ? ਮੇਰੇ ਕੋਲੋਂ ਕਿਉਂ ਮੰਗ ਰਹੇ ਨੇ? ਜਦੋਂ ਜਨਤਕ ਕਰੋ ਕਹਿੰਦੇ ਦਿਖਾਓ। ਜਨਤਕ ਕਰਨਾ ਉਹਨਾਂ ਦਾ ਕੰਮ ਸੀ ਨਾ। ਉਹਨਾਂ ਦੇ ਐਡਵੋਕੇਟ ਜਨਰਲ ਨੇ ਆਪਣੇ ਨਿੱਜੀ ਦਫ਼ਤਰ ਤੋਂ ਆਪਣੇ ਸਰਕਾਰੀ ਦਫ਼ਤਰ ਦੇ ਵਿੱਚ ਈਮੇਲ ਕਰਵਾਇਆ ਔਰ ਕਾਪੀ ਕੀਤੀ ਡੀਜੀਪੀ ਨੂੰ, ਹੋਮ ਸੈਕਟਰੀ ਨੂੰ। ਤੇ ਜਨਤਕ ਤਾਂ ਉਹ ਰੰਧਾਵਾ ਸਾਹਿਬ ਕਰਦੇ ਕਿਉਂਕਿ ਉਹ ਮਹਕਮਾ ਉਹਨਾਂ ਦਾ। ਕੀ ਸੀ ਕੰਟੈਂਟ? ਕੀ ਸੀ ਉਹ ਈਮੇਲ ਦਾ ਕੰਟੈਂਟ? ਕੀ ਸੀ? ਕੀ ਲਿਖਿਆ? ਸੁਣੋ, ਕੰਟੈਂਟ ਵੀ ਉਹ ਦੱਸਣ, ਉਹ ਦੱਸਣ। ਕਿਉਂ? ਕਿਉਂਕਿ ਜਦੋਂ ਮੌਕਾ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਰਾਜਨੀਤੀ। ਸਰਕਾਰ ਕੁਵਰ ਜੀ ਤੁਹਾਡੀ ਹੈ, ਲੋਕਾਂ ਨੂੰ ਤੁਹਾਡੇ ਤੋਂ ਉਮੀਦ ਹੈ, ਕਹਿੰਦੇ ਤੁਸੀਂ ਜਨਤਕ ਕਰੋ, ਪਰਚਾ ਕਰੋ, ਇਨਸਾਫ ਦਿਓ। ਉਹਦਾ ਜੋ ਕੰਟੈਂਟਸ ਹੈ ਮੈਂ ਮੰਡੇ ਨੂੰ ਕੋਸ਼ਿਸ਼ ਕਰਾਂਗਾ ਸਦਨ ਦੇ ਸਾਹਮਣੇ ਬੋਲਣ ਦਾ ਔਰ ਮੰਡੇ ਨੂੰ ਦੇਖੋ ਮੈਂ ਬੋਲਾਂਗਾ, ਜ਼ਰੂਰ ਬੋਲਾਂਗਾ ਉਹਦਾ ਕੰਟੈਂਟਸ। ਜੇ ਤੁਹਾਨੂੰ ਫੇਰ ਦਬਾ ਲਿੱਤਾ ਗਿਆ, ਨਾ ਬੋਲਣ ਦਿੱਤਾ ਗਿਆ, ਫਿਰ ਕਦ ਤੱਕ ਲੋਕੀ ਕਹਿੰਦੇ ਅਸੀਂ ਵੇਟ ਕਰਦੇ ਰਵਾਂਗੇ, ਕਦ ਤੱਕ ਕੁਵਰ ਜੀ ਚੁੱਪ ਰਹਿਣਗੇ? ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ। ਮੈਨੂੰ ਜਦੋਂ ਵੀ ਬੋਲਣਾ ਹੈ ਹਾਊਸ ਦੇ ਵਿੱਚ ਬੋਲਣਾ ਹੈ ਜੀ, ਤੁਸੀਂ ਦੇਖ ਲੈਣਾ ਹਾਊਸ ਦੇ ਵਿੱਚ ਮੈਂ ਬੋਲਾਂਗਾ। ਮੇਰੇ ਕੋਲ 5 ਸਾਲ ਹੈ ਜੀ, ਮੈਂ 5 ਸਾਲ ਤੱਕ ਕੋਸ਼ਿਸ਼ ਕਰਦਾ ਰਹਾਂਗਾ। ਚੋਣ ਵਾਲੇ ਇਹ ਵੀ ਕਹਿੰਦੇ ਨੇ, ਕਹਿੰਦੇ ਕਿ ਕੁਵਰ ਵਿਜੇ ਪ੍ਰਤਾਪ ਘੁੱਟਣ ਮਹਿਸੂਸ ਕਰਦੇ ਨੇ, ਇਦਾਂ ਜਾਪਦਾ ਹੈ। ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਰਾਜਨੀਤੀ ਹੈ ਨਾ, ਰਾਜਨੀਤੀ ਵਿੱਚ ਹਮੇਸ਼ਾ ਪੈਸ਼ੈਂਸ ਰੱਖਣਾ ਚਾਹੀਦਾ ਹੈ ਜੀ। ਦੇਖੋਗੇ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ 22-23 ਸਾਲ ਦੀ ਨੌਕਰੀ ਦੇ ਦੌਰਾਨ ਤੁਸੀਂ ਰਾਜਨੀਤੀ ਦਾ ਸ਼ਿਕਾਰ ਕਹੋ
ਔਰ ਪੋਲੀਟੀਕਲ ਵਿਕਟਿਮ ਕਹੋ ਤਾਂ ਮੈਂ ਹਮੇਸ਼ਾ ਫਸਟ ਸੈਕੰਡ ਥਰਡ ਦੇ ਵਿੱਚ ਰਿਹਾ ਹਾਂ ਜੀ। ਤਾਂ ਮੈਨੂੰ ਰਾਜਨੀਤੀ ਆਉਂਦੀ ਨਹੀਂ, ਲੇਕਿਨ ਰਾਜਨੀਤੀ ਦਾ ਸਭ ਤੋਂ ਵੱਡਾ ਸ਼ਿਕਾਰ ਮੈਂ ਰਿਹਾ ਹਾਂ। ਲੇਕਿਨ ਇਸ ਕਰਕੇ ਮੈਨੂੰ ਰਾਜਨੀਤੀ ਦੀ ਪਰਖ ਹੈ। ਆਪਣੀ ਸਰਕਾਰ 'ਚ ਵੀ ਤੁਸੀਂ ਰਾਜਨੀਤੀ ਦਾ ਵਿਕਟਿਮ ਹੋ। ਮੇਰੀ ਗੱਲ ਸੁਣੋ, ਰਾਜਨੀਤੀ ਦੇ ਬਾਰੇ ਮੈਨੂੰ ਬਹੁਤੇ ਮਤਲਬ ਨੌਲੇਜ ਨਹੀਂ ਹੈ। ਮੈਂ ਜਦੋਂ ਤੁਹਾਡੀ ਇੰਟਰਵਿਊ ਕੀਤੀ, ਜਦੋਂ ਤੁਸੀਂ ਇਲੈਕਸ਼ਨ ਲੜਦੇ ਤੁਸੀਂ ਕਿਹਾ ਸੀ ਰਾਜਨੀਤੀ ਕਰਨ ਨਹੀਂ ਸਿੱਖਣ ਆਏ ਆ। ਨਹੀਂ, ਰਾਜਨੀਤੀ ਕੌਣ ਆਏ ਆ? ਸੁਣੋ ਤਾਂ ਸਹੀ, ਰਾਜਨੀਤੀ ਕਰਨੀ ਨਹੀਂ, ਰਾਜਨੀਤੀ ਸਿੱਖਣੀ ਨਹੀਂ। ਮੈਂ ਇਹ ਕਿਹਾ ਸੀ ਕਿ ਰਾਜਨੀਤੀ ਕਰਨੀ ਨਹੀਂ ਹੈ, ਰਾਜਨੀਤੀ ਸਿੱਖਣੀ ਵੀ ਨਹੀਂ ਹੈ। ਉਹ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਵੇਖ ਰਹੇ ਹਾਂ ਜਾਂ ਵੇਖਦੇ ਆਏ ਹਾਂ, ਉਹ ਰਾਜਨੀਤੀ ਨਹੀਂ ਕਰਨੀ ਹੈ। ਰਾਜਨੀਤੀ ਦੇ ਵਿੱਚ ਬਦਲਾਵ ਲੈ ਕੇ ਆਉਣਾ ਹੈ। ਆਮ ਆਦਮੀ ਪਾਰਟੀ ਦਾ ਵੀ ਤਾਂ ਇਹੀ ਨਾਰਾ ਸੀ ਕਿ ਰਾਜਨੀਤੀ ਦੇ ਵਿੱਚ ਬਦਲਾਵ ਲੈ ਕੇ ਆਉਣਾ ਹੈ। ਇਹਦੇ ਵਿੱਚ ਦੇਖੋ ਪੈਸ਼ੈਂਸ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਕੰਮ ਦੇ ਵਿੱਚ। ਤੁਸੀਂ ਅਖੀਰਲਾ ਮੇਰਾ ਸਵਾਲ, ਤੁਹਾਨੂੰ ਲੱਗਦਾ ਕਿ ਤੁਸੀਂ ਰਾਜਨੀਤੀ ਦੇ ਵਿਕਟਿਮ ਹੋਏ ਹੋ, ਤੁਸੀਂ ਇਸ ਰਾਜਨੀਤੀ ਦੀ ਭੇਟ ਚੜੇ ਹੋ? ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਤੋਂ ਮੈਂ ਨੌਕਰੀ ਜੁਆਇਨ ਕੀਤੀ ਉਦੋਂ ਤੋਂ ਲੋਕਾਂ ਦਾ ਕੰਮ ਕੀਤਾ, ਲੋਕਾਂ ਵਾਸਤੇ ਲੜਾਈ ਲੜੀ ਜੀ, ਲੋਕਾਂ ਨੂੰ ਇਨਸਾਫ ਦਿਲਵਾਉਣ ਵਾਸਤੇ ਲੜਾਈ ਲੜੀ। ਇਹ ਬਰਗਾੜੀ ਦਾ ਕੇਸ ਸੀਗਾ, ਚਲੋ ਬਹੁਤ ਵੱਡਾ ਕੇਸ ਸੀਗਾ। ਇਹ ਤਾਂ ਦੇਖੋ ਸੰਵਿਧਾਨ ਦੀ ਕਿਤਾਬ ਹਮੇਸ਼ਾ ਮੇਰੇ ਕੋਲ ਹੁੰਦੀ ਹੈ ਜੀ। ਕ੍ਰਿਮੀਨਲ ਪ੍ਰੋਸੀਜਰ ਕੋਡ ਔਰ ਪੰਜਾਬ ਪੁਲਿਸ ਰੂਲ ਵੀ ਮੇਰੇ ਕੋਲ ਹੁੰਦਾ ਸੀ ਹਮੇਸ਼ਾ ਜਦੋਂ ਮੈਂ ਪੁਲਿਸ ਦੇ ਵਿੱਚ ਹੁੰਦਾ ਸੀ। ਤਾਂ ਮੇਰਾ ਕੰਮ ਸੀਗਾ ਲੋਕਾਂ ਨੂੰ ਇਨਸਾਫ ਦਿਲਵਾਉਣਾ। ਜਦੋਂ ਤੇ ਘੁਮਾ ਫਿਰਾ ਕੇ ਜਵਾਬ ਦੇ ਰਹੇ ਹੋ, ਕਿਉਂਕਿ ਲੋਕ ਇਹੀ ਜਾਣਨਾ ਚਾਹੁੰਦੇ ਕਿ ਕੁੰਵਰ ਵਿਜੇ ਪ੍ਰਤਾਪ ਰਾਜਨੀਤੀ ਦਾ ਵਿਕਟਮ ਹੋਏ ਨੇ, ਕਿ ਤੁਸੀਂ ਘੁਟਨ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਚੁੱਪ ਕਰਾਇਆ ਜਾ ਰਿਹਾ, ਦਬਾਇਆ ਜਾ ਰਿਹਾ? ਮੇਰੀ ਗੱਲ ਸੁਣੋ, ਮੈਂ ਕਿਹਾ ਕਿ ਪੂਰੇ 22-23 ਸਾਲਾਂ ਦੇ ਦੌਰਾਨ ਰਾਜਨੀਤੀ ਦਾ ਸ਼ਿਕਾਰ ਮੈਨੂੰ ਬਣਾਇਆ ਗਿਆ, ਤਾਂ ਮੈਨੂੰ ਰਾਜਨੀਤੀ ਦੀ ਪਰਖ ਹੋ ਗਈ। ਇਸ ਕਰਕੇ ਮੈਂ ਬੋਲਦਾ ਹਾਂ ਕਿ ਹਮੇਸ਼ਾ ਹੁਣ ਵੀ ਸ਼ਿਕਾਰ ਹੋ ਕੁੰਵਰ ਜੀ, ਹੁਣ ਵੀ ਸ਼ਿਕਾਰ ਹੋ ਜਾਂ ਨਹੀਂ ਹੋ? ਪੈਸ਼ੈਂਸ ਰੱਖਣਾ ਚਾਹੀਦਾ ਹੈ, ਪੈਸ਼ੈਂਸ। ਧੰਨਵਾਦ। ਤਾਂ ਕੁੰਵਰ ਵਿਜੇ ਪ੍ਰਤਾਪ ਖਾਸ ਤੌਰ ਤੇ ਵੱਡੀਆਂ ਗੱਲਾਂ ਕਹਿ ਕੇ ਗਏ ਨੇ ਕਿ ਜਦ ਤੋਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਉਦੋਂ ਤੋਂ ਮੈਂ ਰਾਜਨੀਤੀ ਦਾ ਸ਼ਿਕਾਰ ਹੁੰਦਾ ਹੋਇਆ ਨਜ਼ਰ ਆ ਰਿਹਾ। ਗੱਲਾਂ ਦੇ ਵਿੱਚ ਇਸ਼ਾਰੇ ਇਹ ਵੀ ਨੇ ਕਿ ਹੁਣ ਵੀ ਰਾਜਨੀਤੀ ਦਾ ਸ਼ਿਕਾਰ ਹੈ, ਔਰ ਨਾਲ ਹੀ ਕਹਿ ਰਹੇ ਨੇ ਕਿ ਜੋ ਈਮੇਲ ਹੈ ਔਰ ਜੋ ਵੱਡੇ ਕੰਟੈਂਟਸ ਨੇ ਉਹ ਮੈਂ ਵਿਧਾਨ ਸਭਾ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਉਸ ਨੂੰ ਟੇਬਲ ਦੇ ਉੱਤੇ ਰੱਖਾਂ ਔਰ ਇਨਸਾਫ ਦਿਵਾਉਣ ਦੇ ਵਿੱਚ ਲੋਕਾਂ ਦੀ ਮਦਦ ਕਰਾਂ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।